ਵਾਹਿਗੁਰੂ 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 ਵਾਹਿਗੁਰੂ। ਹਾਂਜੀ ਬਾਈ ਜੀ, ਜਿੰਨੇ ਵੀ ਵੀਰਾਂ ਭੈਣ ਲਾਈਵ ਬੈਠੇ ਆ ਸਾਰੇ ਆ ਜਾਓ। ਆਪਾਂ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਅਰਥਾਂ ਸਮੇਤ ਪ੍ਰਾਰੰਭ ਕੀਤਾ ਹੋਇਆ ਹੈ। ਸੋ ਆਪਾਂ ਸ੍ਰੀ ਦਸਮ ਮਹਾਰਾਜ ਦੀ ਬਾਣੀ ਦਾ ਪਾਠ, ਜੋ ਬਾਣੀ ਸ੍ਰੀ ਅਕਾਲ ਉਸਤਤ ਸਾਹਿਬ ਦੀ ਚੱਲ ਰਹੀ ਹੈ, ਉਸ ਦੀ ਵਿਚਾਰ ਆਪ ਜੀ ਦੇ ਨਾਲ 15-20 ਮਿੰਟ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਨਾਲ ਨਾਲ ਉੱਥੇ ਆ ਮਹੀਨੇ ਅੰਦਰ ਸ਼ਹੀਦੀ ਦਾ ਦਿਹਾੜੇ ਵੀ ਆਉਣੇ ਹਨ। ਸੋ ਗੁਰੂ ਸਾਹਿਬਾਨ, ਗੁਰੂ ਸਾਹਿਬ ਪਾਤਸ਼ਾਹ ਦੇ ਪਿਆਰੇ ਸਿੰਘ, ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਦੇ ਵਿੱਚ ਆਪਾਂ ਜੁੜਨਾ ਹੈ ਅਤੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਕਿਉਂਕਿ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਰਚਨਾ ਕੀਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਾ ਕਰਕੇ ਗੁਰੂ ਸਾਹਿਬ ਨੇ ਬਾਣੀ ਲਿਖਵਾਈ ਹੈ। ਇਸ ਬਾਣੀ ਦਾ ਫਲ ਮਹਾਰਾਜ ਨੇ ਬਹੁਤ ਵੱਡਾ ਮਹਾਤਮ ਬਖਸ਼ਿਆ ਹੈ, ਪਰ ਅੱਜ ਦੇ ਸਮੇਂ ਅੰਦਰ ਕੁਝ ਪ੍ਰਚਾਰਕ ਵੀ ਇਸ ਬਾਣੀ ਦਾ ਵਿਰੋਧ ਕਰਦੇ ਹਨ, ਇਸ ਬਾਣੀ ਤੋਂ ਤੋੜਦੇ ਹਨ। ਪਰ ਜਦੋਂ ਆਪਾਂ ਇਹ ਬਾਣੀ ਨੂੰ ਪੜ੍ਹਾਂਗੇ, ਇਹਦੇ ਅਰਥਾਂ ਨੂੰ ਸਮਝਾਂਗੇ, ਤਾਂ ਆਪਾਂ ਨੂੰ ਜ਼ਰੂਰ ਪਤਾ ਲੱਗ ਜਾਵੇਗਾ ਕਿ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿਸ ਤਰ੍ਹਾਂ ਆਪਾਂ ਨੂੰ ਸੇਧ ਬਖਸ਼ਦੀ ਹੈ। ਕਿਉਂਕਿ ਇਸ ਬਾਣੀ ਅੰਦਰ ਮਹਾਰਾਜ ਨੇ 24 ਅਵਤਾਰਾਂ ਦੀ ਕਥਾ, ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਨੇ ਆਪਣੇ ਆਗਮਨ ਦੀ ਕਥਾ ਮਹਾਰਾਜ ਨੇ ਲਿਖੀ ਹੈ ਕਿ ਕਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਹੇਮਕੁੰਟ ਦੇ ਉੱਚੇ ਧਾਮ ਤੇ ਭਾਰੀ ਜਪ ਤਪ ਕੀਤਾ ਹੈ। ਸੋ ਇਹ ਬਾਣੀ ਨੂੰ ਪੜ੍ਹਨ ਵੇਲੇ ਜੋਤ ਤੇ ਧੂਪ ਜ਼ਰੂਰ ਆਪਣੇ ਘਰ ਦੇ ਵਿੱਚ ਲਾਓ, ਕਿਉਂਕਿ ਜੋਤ ਦਾ ਬਹੁਤ ਹੀ ਵੱਡਾ ਮਹੱਤਵ ਹੈ। ਜਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹੀਦ, ਉਹਨਾਂ ਦੇ ਸਥਾਨਾਂ 'ਤੇ ਜੋਤ 24 ਘੰਟੇ ਨਿਰੰਤਰ ਚੱਲਦੀ ਹੈ। ਅਤੇ ਦਸਮ ਦੀ ਬਾਣੀ ਸੂਰਬੀਰ ਬਚਨ ਕੇ ਬਲੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਸੇਧ ਬਖਸ਼ੀ ਹੈ ਕਿ ਭਾਈ ਇਸ ਬਾਣੀ ਨੂੰ ਪੜ੍ਹ ਕੇ ਤੈਨੂੰ ਬਹੁਤ ਵੱਡਾ ਗਿਆਨ ਮਿਲੇਗਾ। ਸੋ ਪਹਿਲੀ ਬਾਣੀ ਦਸਮ ਦੀ ਸ੍ਰੀ ਜਾਪ ਸਾਹਿਬ, ਦੂਜੀ ਬਾਣੀ ਸ੍ਰੀ ਅਕਾਲ ਉਸਤਤ, ਦੂਜੀ ਬਾਣੀ ਦੇ ਵਿੱਚ ਆਪਾਂ ਜਿਹੜੇ ਸਵਈਏ ਮਹਾਰਾਜ ਨੇ ਚਾਰਨ ਕੀਤੇ ਹਨ, ਉਹ ਵਿਚਾਰ ਚੱਲ ਰਹੀ ਹੈ। ਦੇਹੁਰਾ ਮਸੀਤ ਸੋਈ ਪੂਜਾ ਔਰ ਨਿਵਾਜ ਓਈ, ਮਾਨਸ ਸਭੇ ਏਕ ਪੈ ਅਨੇਕ ਕੋ ਭਰਮਾਓ ਹੈ। ਦੇਵਤਾ ਅਦੇਵ ਜਸ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਓ ਹੈ। ਏਕੇ ਨੈਣ ਏਕੇ ਕਾਨ ਏਕੇ ਦੇ ਏਕੇ ਬਾਨ, ਖਾਕਬਾਦ ਆਤਸ ਉਹ ਆਪ ਕੋਰ ਲਾਓ ਹੈ। ਅੱਲੇ ਭੇਖ ਸੋਈ ਪ੍ਰਾਨ ਓ ਕੁਰਾਨ ਓਈ,
एक ही स्वरूप सब एक ही बनाओ है। मंदिर ते मसीत इको प्रभु दे घर हन, पूजा ते नवाज भी ਉਹ है। सारे मनुख इको जहे हन, पर भरम भुलेखे करके अनेक तरह की प्रतीति हो रही है। देवते दैत जस गंधर्व मुसलमान ते हिंदू आदि जो अड अड नज़र आ रहे हैं, ये सब ਵੱਖੋ ਵੱਖਰੇ ਦੇਸ਼ਾਂ ਤੇ ਭੇਸਾਂ ਪਹਿਰਾਵਿਆਂ ਦੇ ਪ੍ਰਭਾਵ ਕਰਕੇ ਅੱਡ ਅੱਡ ਦਿਸ ਰਹੇ ਹਨ। ਸਾਰੇ ਸੰਸਾਰ ਦੇ ਜੀਵਾਂ ਦੀ ਬਣਾਵਟ ਇੱਕੋ ਤਰੀਕੇ ਨਾਲ ਹੁੰਦੀ ਹੈ। ਸਾਰਿਆਂ ਦੀਆਂ ਅੱਖਾਂ ਇੱਕੋ ਜਿਹੀਆਂ, ਦੋ ਦੋ ਹਨ, ਸਭ ਦੇ ਕੰਨ ਇੱਕੋ ਜਿਹੇ, ਦੋ ਦੋ ਹਨ, ਇੱਕੋ ਜਿਹੇ ਸਰੀਰ ਹਨ। ਇਹ ਸਭ ਰਚਨਾ ਪੰਜਾਂ ਤੱਤਾਂ ਦੇ ਮੇਲ ਤੋਂ ਬਣੀ ਹੈ। ਉਹ ਅੱਲਾ ਅਕਾਲ ਪੁਰਖ ਭੇਖ ਰਹਿਤ ਹੈ, ਪ੍ਰਾਣ ਤੇ ਕਰਾਨ ਉਸੇ ਪ੍ਰਭੂ ਦੇ ਗੁਣ ਗਾਇਨ ਕਰਦੇ ਹਨ। ਸਾਰੇ ਸੰਸਾਰ ਦੇ ਪ੍ਰਾਣੀ ਇੱਕੋ परमात्मा का रूप हैं ते ये सारी रचना एको प्रभु की रची हुई है। जैसे एक आग ते कनूका कोट आग ही उठे, न्यारे न्यारे होए के फिर आग में मलाएंगे। जैसे एक धूर ते अनेक धूर पूरत है, धूर ते कनूका फिर धूर ही समाएंगे। जैसे एक नद ते तरंग कोट उपजत है, पान के तरंग सवे पान ही कहाएंगे। तैसे विश्व रूप ते अभूत भूत प्रगट होए, ताही ते उपज सवे ताही में समाएंगे। जिवें एक अग तो करोड़ां चिन्हगां उड़दियां हन ते अड अड होके वो चिन्हगां फिर अग विच ही मिल जांदियां हन। जिस तरह एक मिट्टी तो अनेक मिट्टी दे जरे पैदा हो जाते हैं, फिर वो मिट्टी के जरे उस मिट्टी विच ही समा जाते हैं। जिस तरह एक समुंदर जल दियां करोड़ां लहरां उत्पन्न होंदियां हन, पर वो पानी दियां लहरां अंत नूं पानी ही कहियां जांदियां हन। इसे तरह प्रभु दे विराट रूप विस्तार वाले रूप तो सब जड़ ते चेतन रचना उत्पन्न होंदी है। उस रूप तो पैदा हुई सारी रचना अंत नूं उसे विच ही लीन हो जाती है। केते कस मस केते उन को करत पस, केते अस वस होए सुपस उड़ जाएंगे। केते नव बीज अस पस को करेंगे पस, केतक प्रतस होए पचाए खाए जाएंगे। जल कहाँ थल कहाँ गगन के गौन कहाँ, काल के बनाए सबे काल ही चबाएंगे। तेज ज्यों तेज में तेज जैसे तेज लीन, ताही ते उपज सवे ताही में समाएंगे। इस सृष्टि विच किन्ने ही कसूं ते बड़े बड़े मस हन, ते किन्ने ही अगों उन्हां नूं खाण वाले जीव हन। किन्ने ही पंछी हन जो खंभां वाले पैदा हो गए सदा आकाश विच उड़दे रहिंदे हन। किन्ने ही आकाश विच उड़दे अनंत पंछियां नूं खा जाण वाले होर जीव पैदा हुंदे हन, ते फिर उन्हां पैदा होए जीवां नूं खा के पचा जाण वाले होर जीव उत्पन्न हो जाते हैं। कित्थे हन जलवासी मत्स्य आदि जीव, कित्थे हन थल विच वसन वाले प्राणी, ते कित्थे हन आकाश विच उड्डण वाले पंछी। ये सारे जल थल ते आकाशवासी जीव काल ने ही बनाए हैं, ते काल ही इन्हां नूं खा जावेगा। भाव काल ही इन्हां नूं खा जांदा है। जिवें प्रकाश अंधकार विच ते अंधकार प्रकाश विच लीन हो जाता है, इसे तरह ये जीव जंतु उस प्रभु के प्रकाश तो पैदा होंदे हन, ते फिर उसे नूर विच ही समा जाणगे अथवा समा जाते हैं। भाव अर्थ है जो सारा संसार दिसदा है, इसदा हर प्राणी ते इसदी हर सह जल थल वृक्ष बन पर्वत नदियां नाले ते समुंदर आदि सब प्रभु ने अपने स्वरूप विचों ही रूपमान कीते हैं। फिर जदों चाहुंदा है ते सारी रचना नूं समेट के अपने विच ही लीन कर लैंदा है। कूकत फिरत केते रोगत मरत केते, जल में डूबत केते आग में जरत है। केते गंगवासी केते मदीना मक्का निवासी, केते उदासी के भरमाए ही फिरत है। करवत सहत केते भूमे गड़त केते, सुआ पे चढ़त केते दुख को परत है। ज्ञान में उड़त केते जल में रहत केते, ज्ञान के विहीन जग जारे ही मरत है। किन्ने ही जीव
ਕੂਕਦੇ ਫਿਰਦੇ ਹਨ। ਕਿੰਨੇ ਹੀ ਦੁੱਖਾਂ ਵਿੱਚ ਗ੍ਰਸੇ ਰੋਂਦੇ ਧੋਂਦੇ ਮਰ ਜਾਂਦੇ ਹਨ। ਕਿੰਨੇ ਹੀ ਪ੍ਰਾਣੀ ਪਾਣੀ ਵਿੱਚ ਪ੍ਰਾਣ ਤਿਆਗਦੇ ਹਨ ਤੇ ਕਿੰਨੇ ਹੀ ਅੱਗ ਵਿੱਚ ਸੜ ਕੇ ਮਰ ਜਾਂਦੇ ਹਨ। ਕਿੰਨੇ ਹਿੰਦੂ ਗੰਗਾ ਤੀਰਥ ਤੇ ਨਮਾਜ਼ ਕਰਦੇ ਹਨ। ਕਿੰਨੇ ਮੁਸਲਮਾਨ ਮੱਕੇ ਤੇ ਮਦੀਨੇ ਵਿੱਚ ਜਾ ਕੇ ਵਸਦੇ ਹਨ। ਕਿੰਨੇ ਪੁਰਸ਼ ਉਦਾਸੀ ਮਤ ਧਾਰ ਕੇ ਭੌਂਦੇ ਫਿਰਦੇ ਹਨ। ਕਈ ਪੁਰਸ਼ ਬਨਾਰਸ ਵਿੱਚ ਜਾ ਕੇ ਕਰਵਤ ਆਰੇ ਨਾਲ ਆਪਣੇ ਸਰੀਰ ਨੂੰ ਚਰਾਉਂਦੇ ਹਨ। ਕਈ ਧਰਤੀ ਵਿੱਚ ਦੱਬੇ ਜਾਂਦੇ ਹਨ। ਕਈ ਸੂਲੀ ਉੱਤੇ ਚੜ੍ਹਦੇ ਹਨ ਤੇ ਕਈ ਅਨੇਕ ਪ੍ਰਕਾਰ ਦੇ ਕਸ਼ਟ ਸਹਿੰਦੇ ਹਨ। ਕੋਈ ਜੋਗੀ ਯੋਗ ਸਾਧਨਾ ਨਾਲ ਆਕਾਸ਼ ਵਿੱਚ ਉੱਡਦੇ ਹਨ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਕੋਲੇ ਗਏ, ਸਿੱਧਾ ਆਕਾਸ਼ ਵਿੱਚ ਉੱਡਣ ਲੱਗ ਗਏ। ਕਿਸੇ ਨੇ ਅੱਗ ਵਿੱਚ ਸਮਾਧੀ ਲਾ ਲਈ, ਕੋਈ ਮੂੰਹ ਚੋਂ ਅੱਗ ਵਰਸਾ ਰਿਹਾ ਹੈ। ਪਰ ਅਖੀਰ ਨੂੰ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਵਿਚਾਰ ਹੋਈ ਤਾਂ ਸਿੱਧਾ ਨੇ ਆਪਣਾ ਸੀਸ ਝੁਕਾ ਦਿੱਤਾ। ਸਿੱਧ ਬੋਲਣ ਸੋ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸੇ ਤਰ੍ਹਾਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਵੀ ਜ਼ਿਕਰ ਕਰਦੇ ਹਨ, ਭਾਈ ਆਕਾਸ਼ ਵਿੱਚ ਉੱਡਦੇ ਹਨ। ਕਈ ਤਪੱਸਿਆ ਕਰਨ ਲਈ ਜਲ ਵਿੱਚ ਖੜੇ ਰਹਿੰਦੇ ਹਨ। ਕਈ ਗਿਆਨਹੀਨ ਲੱਟ ਲੱਟ ਕਰਦੀ ਅੱਗ ਵਿੱਚ ਸੜ ਕੇ ਮਰਦੇ ਹਨ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ, ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ, ਕਸ ਹਾਰੇ ਚੰਦਨ ਲਗਾਏ ਹਾਰੇ ਚੁਆਚਾਰ, ਪੂਜਾ ਹਾਰੇ ਪਾਨ ਚੜਾਏ ਹਾਰੇ ਲਾਪਸੀ, ਗਾਰ ਹਾਰੇ ਗੋਰਨ ਮਨਾਏ ਹਾਰੇ ਮੜੀ ਮਟ, ਲੀਪ ਹਾਰੇ ਪੀਤਨ ਲਗਾਏ ਹਰ ਸਾਪਸੀ, ਗਾਏ ਹਾਰੇ ਗੰਧਰਵ ਜਾਏ ਹਾਰੇ ਕਿੰਨਰ ਸਭ, ਪਜ ਹਾਰੇ ਪੰਡਤ ਤਪੰਤ ਹਾਰੇ ਤਾਪਸੀ। ਦੇਵਤੇ ਜੋ ਸੁਗੰਧੀਆਂ ਚੜਾਉਣ ਵਾਲੇ ਹਨ ਉਹ ਹਾਰ ਗਏ ਹਨ। ਵਿਰੋਧਤਾ ਅਤੇ ਦੁਸ਼ਮਣੀ ਕਰਨ ਵਾਲੇ ਦੈਂਤ ਵੀ ਹਾਰ ਗਏ ਹਨ। ਵੱਡੇ ਵੱਡੇ ਗਿਆਨ ਕਰਨ ਵਾਲੇ ਗਿਆਨੀ ਹਾਰ ਗਏ ਹਨ ਤੇ ਉੱਤਮ ਬੁੱਧੀ ਵਾਲੇ ਜਪੀ ਵੀ ਹਾਰ ਗਏ ਹਨ। ਚੰਦਨ ਘਸਾ ਘਸਾ ਕੇ ਲਾਉਣ ਵਾਲੇ ਹਾਰ ਗਏ ਹਨ। ਦੇਖੋ ਮਹਾਰਾਜ ਇਹ ਸਿੱਖਿਆ ਦੇ ਰਹੇ ਆ। ਇੱਥੇ ਤਾਂ ਅੱਜ ਕੱਲ੍ਹ 2-4 ਕਲਾਸਾਂ ਪੜ੍ਹ ਕੇ ਜਿਸ ਤਰ੍ਹਾਂ ਢੱਡਰੀਆਂ ਵਾਲਾ ਕਹਿੰਦਾ ਮੈਨੂੰ ਹੀ ਗਿਆਨ ਹੋ ਗਿਆ, ਮਹਾਰਾਜ ਕਹਿੰਦੇ ਇੱਦਾਂ ਦੇ ਗਿਆਨਵਾਨ ਜੀਵ ਦੁਨੀਆ ਵਿੱਚ ਹਾਰ ਗਏ ਹਨ। ਚੰਦਨ ਘਸਾ ਘਸਾ ਕੇ ਲਾਉਣ ਵਾਲੇ ਹਾਰ ਗਏ ਹਨ। ਬੜੇ ਬੜੇ ਸੁੰਦਰ ਅਤਰ ਲਾਉਣ ਵਾਲੇ ਹਾਰ ਗਏ ਹਨ। ਪੱਥਰ ਦੀਆਂ ਬਣੀਆਂ ਮੂਰਤਾਂ ਨੂੰ ਪੂਜਣ ਵਾਲੇ ਹਾਰ ਗਏ ਹਨ ਤੇ ਠਾਕਰ ਦੀਆਂ ਮੂਰਤੀਆਂ ਅੱਗੇ ਲਾਪਸੀ ਬਣਾ ਕੇ ਭੇਟਾ ਕਰਨ ਵਾਲੇ ਹਾਰ ਗਏ ਹਨ। ਕਬਰਾਂ ਦੀ ਪੂਜਾ ਕਰਨ ਲਈ ਫਿਰਦੇ ਪੁਰਸ਼ ਹਾਰ ਗਏ ਹਨ। ਮੜੀਆਂ ਤੇ ਮੱਠਾਂ ਨੂੰ ਮੰਨਣ ਵਾਲੇ ਹਾਰ ਗਏ ਹਨ। ਹਨੂਮਾਨ ਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਨੂੰ ਸੰਧੂਰ ਲਾਉਣ ਵਾਲੇ ਤੇ ਘਿਓ ਨਾਲ ਇਸ਼ਨਾਨ ਕਰਾਉਣ ਵਾਲੇ ਹਾਰ ਗਏ ਹਨ ਤੇ ਸਾਪੇ ਲਿਆਉਣ ਵਾਲੇ ਵੀ ਹਾਰ ਗਏ ਹਨ। ਦੇਵਤਿਆਂ ਦੀ ਸਭਾ ਵਿੱਚ ਗਾਉਣ ਵਾਲੇ ਗੰਧਰਵ ਰਾਗ ਗਾ ਗਾ ਕੇ ਹਾਰ ਗਏ ਹਨ। ਗੰਧਰਵਾਂ ਨਾਲ ਸਾਜ਼ ਵਜਾਉਣ ਵਾਲੇ ਕਿੰਨਰ ਹਾਰ ਗਏ ਹਨ। ਬੜੇ ਬੜੇ ਪੰਡਤ ਵਿਦਿਆ ਦੇ ਅਭਿਮਾਨ ਕਰਕੇ ਹਾਰ ਗਏ ਹਨ ਤੇ ਤਪ ਕਰਨ ਵਾਲੇ ਤਪਸਵੀ ਹਾਰ ਗਏ ਹਨ। ਪਰ ਪ੍ਰਭੂ ਦੀ ਲੀਲਾ ਦਾ ਭੇਦ ਕੋਈ ਨਹੀਂ ਜਾਣ ਸਕਿਆ। ਸੰਸਾਰ ਦੇ ਬੜੇ ਬੜੇ ਜੋਗੀ ਜਤੀ ਬ੍ਰਹਮਚਾਰੀ ਪੰਡਤ ਤਪਸਵੀ ਦੇਵੀ ਦੇਵਤੇ ਆਦਿ ਆਪਣਾ ਸਾਰਾ ਜ਼ੋਰ ਲਾ ਸਕੇ ਹਨ, ਪਰ ਪ੍ਰਮਾਤਮਾ ਦੀ ਅਪਾਰ ਰਚਨਾ ਤੇ ਉਸਦੇ ਚੋਜਾਂ ਦਾ ਅੰਤ ਕੋਈ ਨਹੀਂ ਪਾ ਸਕਿਆ। ਉਹ ਬੇਅੰਤ ਹੈ। ਤੈ ਪ੍ਰਸਾਦ ਭੁਜੰਗ ਪ੍ਰਿਆਦ ਸੰਦ, ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ, ਨਾ ਮੋਹੰ ਨਾ ਕ੍ਰੋਹੰ ਨਾ ਦ੍ਰੋਹੰ ਨਾ ਦਵੈਖੰ, ਨਾ ਕਰਮੰ ਨਾ ਭਰਮੰ ਨਾ ਜਨਮ ਨਾ ਜਾਤੰ, ਨਾ ਮਿੱਤਰੰ ਨਾ ਸਤਰੰ ਨਾ ਪਿਤਰੰ ਨਾ ਮਾਤੰ। ਉਸ ਅਕਾਲ ਪੁਰਖ ਦਾ ਨਾ ਕਿਸੇ ਨਾਲ ਰਾਗ ਮੋਹ ਪਿਆਰ ਹੈ, ਨਾ ਉਸ ਦਾ ਕੋਈ ਰੰਗ ਹੈ, ਨਾ ਕੋਈ ਰੂਪ ਹੈ ਅਤੇ ਨਾ ਹੀ ਕੋਈ ਰੇਖ ਹੈ। ਨਾ ਉਸ ਦਾ ਕਿਸੇ ਨਾਲ ਮੋਹ ਹੈ, ਨਾ ਕਿਸੇ ਨਾਲ ਉਸ ਨੂੰ ਕ੍ਰੋਧ ਗੁੱਸਾ ਹੈ। ਨਾ ਉਹ ਕਿਸੇ ਨਾਲ ਧਰੋਹ ਕਰਦਾ ਹੈ, ਨਾ ਕਿਸੇ ਨਾਲ ਉਸ ਨੂੰ ਦਵੈਸ ਹੈ। ਉਸ ਲਈ ਕੋਈ ਕਰਮ ਨਹੀਂ, ਨਾ ਉਸ ਨੂੰ ਕੋਈ ਭਰਮ ਹੈ। ਨਾ ਉਸ ਦਾ ਜਨਮ ਹੁੰਦਾ ਹੈ ਤੇ ਨਾ ਹੀ ਉਸ ਦੀ ਕੋਈ ਜਾਤ ਹੈ। ਉਸ ਪ੍ਰਭੂ ਦਾ ਨਾ ਕੋਈ ਮਿੱਤਰ ਹੈ, ਨਾ ਕੋਈ ਦੁਸ਼ਮਣ ਹੈ। ਨਾ ਉਸ ਦਾ ਕੋਈ ਪਿਤਾ ਹੈ ਤੇ ਨਾ ਹੀ ਉਸ ਦੀ ਕੋਈ ਮਾਤਾ ਹੈ। ਜਿਸ ਤਰ੍ਹਾਂ ਦੁਨੀਆ ਦੇ ਵਿੱਚ ਹਰ ਕੋਈ ਜਨਮਦਾ ਹੈ ਤਾਂ ਅਖੀਰ ਨੂੰ ਉਹ ਮਰਦਾ ਵੀ ਹੈ। ਪਰ ਇੱਥੇ ਧੰਨ ਭਾਈ ਗੁਰਦਾਸ ਜੀ ਨੇ ਮੋਹਰ ਲਾ ਦਿੱਤੀ ਹੈ,
ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਨੇ, ਜਨਮ ਨਹੀਂ ਲਿਆ। ਇਸੇ ਤਰ੍ਹਾਂ ਦੂਜੇ ਭਾਈ ਗੁਰਦਾਸ ਸਿੰਘ ਜੀ ਬਚਨ ਕਰਦੇ ਹਨ, ਵਹਿ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ, ਬਾਹੋ ਬਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਭਾਈ ਗੁਰਦਾਸ ਸਿੰਘ ਜੀ ਵੀ ਬਚਨ ਕਰਦੇ ਨੇ, ਦੂਜੇ ਭਾਈ ਗੁਰਦਾਸ ਸਿੰਘ ਹੋਏ ਨੇ ਜੋ 10ਵੇਂ ਪਾਤਸ਼ਾਹ ਵੇਲੇ ਹੋਏ ਹਨ। ਉਹ ਕਹਿੰਦੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ ਜਨਮ ਨਹੀਂ ਲਿਆ, ਉਹ ਵੀ ਪ੍ਰਗਟ ਹੋਏ ਨੇ। ਫਿਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕਰਦੇ ਹਨ। ਮਹਾਰਾਜ ਕੀ ਬਚਨ ਕਰਦੇ ਹਨ, ਵਹਿ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ। ਫਿਰ ਮਹਾਰਾਜ ਉਹ ਬਰਿਆਮ ਸਤਿਗੁਰ ਬਚਨ ਕਰਦੇ ਨੇ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਮਹਾਰਾਜ ਕਹਿੰਦੇ ਜਿਹੜਾ ਅਸੀਂ ਖਾਲਸਾ ਸਾਜਿਆ ਹੈ ਇਹ ਵੀ ਪ੍ਰਗਟ ਹੋਇਆ ਹੈ ਪਰਮਾਤਮਾ ਦੀ ਮੌਜ ਦੇ ਅੰਦਰ। ਤੇ ਮਹਾਰਾਜ ਕਹਿੰਦੇ ਉਹਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਹੈ, ਨਾ ਕੋਈ ਰੰਗ ਹੈ, ਨਾ ਉਹਦਾ ਕਿਸੇ ਨਾਲ ਮੋਹ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਸਰਬੱਤ ਕੌਮ ਦੀ ਝੋਲੀ ਪਾ ਦਿੱਤਾ, ਆਪਣੇ ਪੁੱਤਰ ਵੀ ਵਾਰ ਦਿੱਤੇ। ਚਮਕੌਰ ਦੀ ਗੜੀ ਅੰਦਰ ਭਾਈ ਦਿਆਲ ਸਿੰਘ ਸਾਹਿਬ ਨੇ ਆਖਿਆ, ਮਹਾਰਾਜ ਇੱਕ ਪੁੱਤਰ ਤਾਂ ਰੱਖ ਲਓ, ਆਪ ਜੀ ਦਾ ਨਾਮ ਰਹਿ ਜਾਏਗਾ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਬਾਬਾ ਅਜੀਤ ਸਿੰਘ ਸਾਹਿਬ ਜੀ। ਛੋਟੇ ਸਾਹਿਬਜ਼ਾਦਿਆਂ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿਣ ਲੱਗੇ, ਭਾਈ ਦਿਆਲ ਸਿੰਘਾ, ਮੈਨੂੰ ਇਹਨਾਂ ਨਾਲੋਂ ਪਿਆਰੇ ਤੁਸੀਂ ਲੱਗਦੇ ਹੋ, ਮੈਂ ਆਪਣਾ ਸਾਰਾ ਸਰਬੰਸ ਕੌਮ ਦੀ ਝੋਲੀ ਪਾ ਦੇਵਾਂਗਾ। ਫਿਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੰਝਾਰ ਸਿੰਘ ਸਾਹਿਬ ਚਮਕੌਰ ਦੀ ਗੜੀ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇਸੇ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਮਹਾਰਾਜ ਜਦੋਂ ਸਰਬੰਸ ਵਾਰ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਤਾਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਦੇਵਾ ਜੀ ਨੇ ਮਹਾਰਾਜ ਨੂੰ ਆਖਿਆ, ਮਹਾਰਾਜ ਪੁੱਤਰ ਨਜ਼ਰ ਨਹੀਂ ਆਉਂਦੇ। ਮਹਾਰਾਜ ਕਹਿਣ ਲੱਗੇ, ਭਾਈ ਤਿੰਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮਹਾਰਾਜ ਕਹਿੰਦੇ ਇਹਨਾਂ ਦੀ ਖਾਤਰ ਮੈਂ ਸਾਰਾ ਸਰਬੰਸ ਵਾਰ ਦਿੱਤਾ ਹੈ। ਉਹ ਕਲਗੀਧਰ ਮਹਾਰਾਜ ਦੀ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ। ਨਾ ਨੇਹੰ ਨਾ ਗੇਹੰ ਨਾ ਕਾਮੰ ਨਾ ਧਾਮੰ, ਨਾ ਪੁੱਤਰੰ ਨਾ ਮਿੱਤਰੰ ਨਾ ਸਤਰੰ ਨਾ ਭਾਮੰ, ਅਰੇਖੰ ਅਪੇਖੰ ਅਜੋਨੀ ਸਰੂਪੰ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ। ਉਸ ਪ੍ਰਭੂ ਦਾ ਨਾ ਕਿਸੇ ਨਾਲ ਪ੍ਰੇਮ ਹੈ, ਨਾ ਉਸ ਦਾ ਕੋਈ ਘਰ ਹੈ, ਨਾ ਉਸ ਦਾ ਕੋਈ ਕੰਮ ਹੈ ਤੇ ਨਾ ਉਸ ਦਾ ਕੋਈ ਟਿਕਾਣਾ ਹੈ। ਉਸ ਦਾ ਨਾ ਕੋਈ ਪੁੱਤਰ ਹੈ, ਨਾ ਮਿੱਤਰ ਹੈ, ਨਾ ਦੁਸ਼ਮਣ ਹੈ ਤੇ ਨਾ ਹੀ ਉਸ ਦੀ ਕੋਈ ਇਸਤਰੀ ਹੈ। ਉਸ ਦਾ ਸਰੂਪ ਲੇਖੇ ਤੋਂ ਰਹਿਤ ਹੈ, ਉਸ ਦਾ ਕੋਈ ਭੇਖ ਪਹਿਰਾਵਾ ਨਹੀਂ ਤੇ ਉਹ ਜੂਨਾ ਤੋਂ ਰਹਿਤ ਸਰੂਪ ਵਾਲਾ ਹੈ। ਉਹ ਸਦਾ ਸਿੱਧੀਆਂ ਦਾ ਦਾਤਾ ਹੈ, ਗਿਆਨ ਬਖਸ਼ਣ ਵਾਲਾ ਹੈ ਅਤੇ ਸਭ ਤੋਂ ਮਹਾਨ ਰੂਪ ਵਾਲਾ ਹੈ। ਨਹੀਂ ਜਾਣ ਜਾਈ ਕਸੂ ਰੂਪ ਰੇਖੰ, ਕਹਾਂ ਵਾਸ ਤਾਕੋ ਫਿਰੇ ਕੌਣ ਭੇਖੰ, ਕਹਾਂ ਨਾਮ ਤਾਕੋ ਕਹਾ ਕੇ ਕਹਾਵੇ, ਕਹਾਂ ਕੇ ਬਖਾਨੋ ਕਹੋ ਕਹੇ ਮੋ ਨਾ ਆਵੇ। ਉਸ ਪਰਮਾਤਮਾ ਦਾ ਕੁਛ ਰੂਪ ਰੇਖ ਨਹੀਂ ਜਾਣਿਆ ਜਾਂਦਾ, ਨਾ ਇਹ ਪਤਾ ਲੱਗਦਾ ਹੈ ਕਿ ਉਹਦਾ ਨਿਵਾਸ ਕਿੱਥੇ ਹੈ ਤੇ ਉਸ ਦਾ ਭੇਸ ਕੀ ਹੈ। ਉਸ ਦੇ ਨਾਂ ਦੀ ਕੋਈ ਸੋਝੀ ਨਹੀਂ ਪੈਂਦੀ, ਨਾ ਹੀ ਇਹ ਜਾਣਿਆ ਜਾ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਕੀ ਕਹਿ ਕੇ ਕਹਾਉਂਦਾ ਹੈ। ਮੈਂ ਉਸ ਬਾਰੇ ਕੀ ਵਰਣਨ ਕਰਾਂ, ਕਿਉਂਕਿ ਉਹ ਕਹਿਣ ਸੁਣਨ ਵਿੱਚ ਨਹੀਂ ਆ ਸਕਦਾ। ਜਿਸ ਤਰ੍ਹਾਂ ਹੁਣ ਗੁਰੂ ਕਲਗੀਧਰ ਮਹਾਰਾਜ ਜੀ ਨੇ ਹੇਮਕੁੰਟ ਸਾਹਿਬ ਜੀ ਦੇ ਉੱਚੇ ਧਾਮ ਤੇ ਬੜਾ ਭਾਰੀ ਜਪ ਤਪ ਕੀਤਾ ਹੈ। ਮਹਾਰਾਜ ਬਚਿੱਤਰ ਨਾਟਕ ਦੀ ਕਥਾ ਦੇ ਅੰਦਰ ਸਾਰਾ ਵਰਣਨ ਕਰਦੇ ਹਨ। ਮਹਾਰਾਜ ਦੁਸ਼ਟ ਦਮਨ ਦੇ ਰੂਪ ਅੰਦਰ ਕਈਆਂ ਨੇ ਉੱਥੇ ਸੰਕੇ ਕੀਤੇ, ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਵਿਦਵਾਨ ਹਨ, ਕਹਿੰਦੇ ਜੀ ਇੰਨੇ ਯੁੱਗ ਮਹਾਰਾਜ ਉੱਥੇ ਪਾਣੀ ਤੋਂ ਬਿਨਾਂ ਕਿੱਦਾਂ ਰਹੇ, ਕਿਉਂਕਿ ਅਕਾਲ ਪੁਰਖ ਨੂੰ ਆਪਣੇ ਵਰਗਾ ਹੀ ਸਮਝਦੇ ਹਨ। ਪਰ ਨਹੀਂ ਭਾਈ, ਅਕਾਲ ਪੁਰਖ ਤ੍ਰੇ ਤੋਂ ਭੁੱਖ ਤੋਂ ਮੁਕਤ ਹੈ। ਉਹ ਤਾਂ ਆਪ ਪਰਮਾਤਮਾ ਹੈ, ਤਾਂ ਹੀ ਉਸ ਦਾ ਨਾਮ ਪਰਮਾਤਮਾ ਪਿਆ ਹੈ। ਨਹੀਂ ਜਾਣ ਜਾਈ ਕਸੂ ਰੂਪ ਰੇਖੰ, ਕਹਾਂ ਵਾਸ ਤਾਕੋ ਫਿਰੇ ਕੌਣ ਭੇਖੰ, ਕਹਾਂ ਨਾਮ ਤਾਕੋ ਕਹਾ ਕੇ ਕਹਾਵੇ, ਕਹਾ ਕੇ ਬਖਾਨੋ ਕਹੇ ਮੋ ਨਾ ਆਵੇ। ਮੈਂ ਉਸ ਬਾਰੇ ਕੀ ਵਰਣਨ ਕਰਾਂ, ਕਿਉਂਕਿ ਉਹ ਕਹਿਣ ਸੁਣਨ ਵਿੱਚ ਨਹੀਂ ਆ ਸਕਦਾ।
ना रोगं ना शोगं ना मोहं ना मातं ना कर्मं ना परमं ना जन्मं ना जातं अद्वैखं अवेखं अजोनी स्वरूपे नमो एक रूपे नमो एक रूपे। उस करता पुरख नूं ना कोई रोग है ना कोई सोग है। ਜਦੋਂ ਹੁਣ ਪਿਤਾ ਮਹਿਤਾ ਕਾਲੂ ਜੀ ਨੇ ਵੈਦ ਨੂੰ ਬੁਲਾਇਆ ਵੀ ਇਹ ਗੁਰੂ ਸਾਹਿਬ ਮੰਜੇ ਤੇ ਹੀ ਪੈ ਰਹਿੰਦੇ ਆ, ਦੇਖੋ ਤਾਂ ਇਹਨਾਂ ਨੂੰ ਕੋਈ ਰੋਗ ਤਾਂ ਨਹੀਂ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਬਜ਼ ਫੜੀ ਤੇ ਕਹਿੰਦੇ ਫਿਰ ਉਸ ਵੈਦ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਐਸਾ ਝੰਜੋਲਿਆ, ਵੈਦ ਨੂੰ ਵੀ ਸਿੱਧੇ ਰਾਹ ਪਾ ਦਿੱਤਾ। ਵੈਦ ਕਹਿੰਦਾ ਮੈਂ ਨਹੀਂ ਜਾਣ ਸਕਦਾ ਵੀ ਕੀ ਰੋਗ ਹੈ ਇਹਨਾਂ ਨੂੰ। ਤਾਂ ਇੱਥੇ ਸਤਿਗੁਰੂ ਕਲਗੀਧਰ ਮਹਾਰਾਜ ਉਹੀ ਦਾ ਜ਼ਿਕਰ ਕਰਦੇ ਹਨ। ਉਸ ਨੂੰ ਨਾ ਕੋਈ ਕਰਮ ਭਾਵ ਕੰਮ ਹੈ, ਨਾ ਭਰਮ ਹੈ, ਨਾ ਉਹ ਜਨਮ ਵਿੱਚ ਆਉਂਦਾ ਹੈ ਤੇ ਨਾ ਉਸ ਦੀ ਕੋਈ ਜਾਤ ਹੈ। ਉਹ ਦਵੈਤ ਤੋਂ ਰਹਿਤ ਹੈ, ਉਹਦਾ ਕੋਈ ਖਾਸ ਭੇਸ ਵੀ ਨਹੀਂ ਹੈ। ਉਹ ਜੁਨੀਆਂ ਤੋਂ ਰਹਿਤ ਸਰੂਪ ਵਾਲਾ ਹੈ। ਮੇਰੀ ਉਸ ਇੱਕ ਰੂਪ ਵਾਲੇ ਨੂੰ ਨਮਸਕਾਰ ਹੈ, ਮੇਰੀ ਉਸ ਇੱਕ ਸਰੂਪ ਵਾਲੇ ਪ੍ਰਭੂ ਨੂੰ ਨਮਸਕਾਰ ਹੈ। ਪਰਯੰਗ ਪਰਾ ਪਰਮ ਪ੍ਰਗਿਆ ਪ੍ਰਕਾਸ਼ੀ ਅਸੇਦੰਗ ਅਸੈ ਆਦ ਅਦੈਵ ਅਵਨਾਸੀ ਨਾ ਜਾਤੰ ਨਾ ਪਾਤੰ ਨਾ ਰੂਪੰ ਨਾ ਰੰਗੇ ਨਮੋ ਆਦ ਅਭੰਗੇ ਨਮੋ ਆਦ ਅਭੰਗੇ। हे परमात्मा तू परे तो परे है ते बुद्धि ਨੂੰ प्रकाश देने वाला है। ਹੁਣ बुद्धि ਨੂੰ प्रकाश देने वाला परमात्मा ਹੁਣ 8वें पातशाह गुरु महाराज बाल अवस्था ਵਿੱਚ गुरु बने ਤਾਂ ਕਈਆਂ ਨੂੰ ਸ਼ੰਕਾ ਵੀ ਹੋਇਆ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜਾ ਮਰਜੀ ਬੰਦਾ ਲਿਆ ਉਹੀ ਗੀਤਾ ਦੇ ਅਰਥ ਕਰ ਦੇਵੇਗਾ। ਪੰਡਤ ਵਿਦਵਾਨ ਹੁਣ ਗੂੰਗੇ ਬੰਦੇ ਨੂੰ ਲੈ ਕੇ ਆਇਆ। ਫਿਰ ਉਸ ਪੰਡਤ ਨੇ ਜਦੋਂ ਉਸ ਨੂੰ ਲਿਆਂਦਾ, ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਡਿਠਿਆਂ ਸਭ ਦੁੱਖ ਜਾਏ, ਆਪਣੀ ਸੜੀ ਮਿਹਰ ਦੀ ਨਿਗਾਹ ਉਸ ਪੁਰਸ਼ ਤੇ ਕੀਤੀ ਤੇ ਫਿਰ ਗੀਤਾ ਦੇ ਇਹਨੇ ਅਰਥ ਕੀਤੇ ਤਾਂ ਪੰਡਤ ਨੇ ਵੀ ਆਪਣਾ ਸੀਸ ਝੁਕਾ ਦਿੱਤਾ ਸੀ। परमात्मा तू परे तो परे है, बुद्धि ਨੂੰ प्रकाश देने वाला है। तू छेदन तो रहत है, तू नाश रहत है। तू आद काल तो द्वैत रहत है ते कदी भी नाश होने वाला नहीं। तेरी कोई जात नहीं, कोई कुल नहीं, कोई रूप नहीं ते ना ही कोई रंग है। सब दे मूल ते नाश रहत परमेश्वर ਨੂੰ ਮੇਰੀ ਨਮਸਕਾਰ ਹੈ। ਸਾਰਿਆਂ ਦੇ ਮੁੱਢ ਰੂਪ ਤੇ ਨਾ ਨਾਸ਼ ਹੋਣ ਵਾਲੇ ਪ੍ਰਭੂ ਨੂੰ ਮੇਰੀ ਨਮਸਕਾਰ ਹੈ। किते कृष्ण से कीट कोटे पाए, असारे गड़े फिर मेटे बनाए। अगाधे अवे आद अदैव अवनासी, परयंग परा परम पूर्ण प्रकाशी। उस परमेश्वर ने कई कृष्ण जी पैदा किए हैं। पहला उसने उन्होंने उसारिया घड़िया, फिर नाश कर दिता, फिर बनाया। प्रभु बहुत डूंगा गहरा है, सब का मुੱਢ है। द्वैत तो रहत है ते नाश नहीं हुंदा। वो परे तो परे है, महान है ते पूर्ण प्रकाश रूप है। न आदं न व्यादं अगाधं स्वरूपे, अखंड अखंडत प्रताप आद असै विभूते। न जन्मं न मरणं न वर्णं न व्याधे, अखंडे प्रचंडे अदंडे असाधे। उस प्रभु ਨੂੰ ना कोई दुख है ते ना ही कोई रोग है। उसका स्वरूप बड़ी ढंगाई वाला है। उसका प्रताप कदी खंडित नहीं हुंदा। वो सब का मुੱਢ है ते ना नाश होने वाली संपरदा का स्वामी है। ना वो जमदा ना मरदा, ना उसका कोई वर्ण है ते ना उसनूं कोई रोग व्यापदा है। ਉਹਦਾ ਖੰਡਨ नहीं किया जा सकता। बड़े तेज वाला है, दंड रहत है ते उसनूं कोई साध भी नहीं सकता।
ना नेहं ना गेहं स्नेहं न साथे, उदंडे अमंडे प्रचंडे परमाथे, ना जाते ना पाते ना सतरे ना मित्रे, सो भूते भविखे भवाने अचितरे। उस अकाल पुरख ਨੂੰ ਕਿਸੇ ਨਾਲ ਕੋਈ ਮੋਹ ਨਹੀਂ, ਉਸ ਦਾ ਕੋਈ ਘਰ ਨਹੀਂ, ਪਵਿੱਤਰਤਾ ਨਾਲ ਉਸ ਦਾ ਪ੍ਰੇਮ ਹੈ। ਉਹ ਦੰਡ ਰਹਿਤ ਹੈ, ਉਹ ਮੰਡ ਕਰਨ ਰਹਿਤ ਹੈ, ਬੜੇ ਤੇਜ ਵਾਲਾ ਤੇ ਪਵਿੱਤਰ ਸਿਧਾਂਤ ਵਾਲਾ ਹੈ। ਉਸ ਦੀ ਕੋਈ ਜਾਤ ਨਹੀਂ, ਕੋਈ ਕੁੱਲ ਬਰਾਦਰੀ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ। ਉਹ ਭੂਤ ਭਵਿੱਖ ਤੇ ਵਰਤਮਾਨ ਵਿੱਚ ਵੀ ਉਹ ਹੈ, ਉਸ ਦੀ ਕੋਈ ਸ਼ਕਲ ਨਹੀਂ। ਨਾ ਰਾਯੰ ਨਾ ਰੰਕੰ ਨੇ ਰੂਪੰ, रूप न रेखं ला ना लोभं न चोभं अभूतं अपेखं, न शत्रं न मित्रं न नेहं न गेहं, सदैवं सदा सर्व सर्वत्र स्नेहं। ओ प्रभु ना राजा है ना गरीब है, ना उसका कोई रूप है तो ना कोई चहन चक्र है, ना उसनों कोई लोभ है तो ना उसनों किसी नाल ईर्खा है, ना उसका शरीर है तो ना कोई भेस है। उस प्रभु का ना कोई बैरी है ना कोई मित्र है, ना उसका किसी नाल प्यार है तो ना उसका कोई खास घर है। उसका सदैव कायम रहन वाला है तो सब जीवां नाल प्रेम रखता है। ना कामं ना क्रोधं ना लोभं ना मोहं, अयोनि अस्य आद अदैवं अजोहं, न जन्मं न मरणं न वर्णं न व्याधं न रोगं न शोगं, अवय निर्वाखादं निर्वाखादं निर्खादं निर्वखादं। उस परमात्मा नूं ना काम है ना क्रोध है ना लोभ है, ना उसका किसी नाल मोह है। निर्वखादं ना उदा कोई झगड़ा है किसी नाल। आदर्श भाव ना दिखाई देने वाला है, ना वो जमदा है ना मरदा है, ना उसका कोई वर्ण है ते ना उसनूं कलंक है। उसनूं ना कोई रोग है ना कोई सोग है, ना किसी का डर है, ना वो किसी झगड़े विच पैंदा है। इत्थे बार बार सतगुरु सच्चे पातशाह धारणा दे रहे हैं, बार बार सानूं समझाउण लई। ਆਪਾਂ ਦੇਖਦੇ ਹਾਂ ਦੁਨੀਆ ਦੇ ਵਿੱਚ ਕਿੰਨੇ ਜੀਵ ਜੰਤੂ ਨੇ, ਕਿਸੇ ਨੂੰ ਵਾਰ-ਵਾਰ ਨਹੀਂ ਸਮਝਾਇਆ ਜਾਂਦਾ। ਇੱਕੋ ਗੱਲ ਕਹੀ ਜਾਂਦੀ ਹੈ, ਬੰਦਿਆ ਤੂੰ ਬੰਦਾ ਬਣ ਜਾ। ਕਦੇ ਕਿਹਾ ਜਾਂਦਾ ਵੀ ਪਸ਼ੂ ਤੂੰ ਪਸ਼ੂ ਬਣ ਜਾ। ਬੰਦਾ 84 ਲੱਖ ਜੂਨਾਂ ਦਾ ਮਾਲਕ ਆ, ਪਰ ਫਿਰ ਵੀ ਆਖਿਆ ਜਾਂਦਾ ਬੰਦਿਆ ਤੂੰ ਬੰਦਾ ਬਣ, ਬੰਦਿਆਂ ਵਾਲੇ ਕੰਮ ਕਰ। ਕਿਉਂ ਆਖਿਆ ਜਾਂਦਾ? ਕਿਉਂਕਿ ਅਸੀਂ ਬੰਦਿਆਂ ਵਾਲੇ ਕੰਮ ਛੱਡ ਕੇ ਪਸ਼ੂਆਂ ਵਾਲੇ ਕੰਮ ਕਰਨ ਲੱਗ ਪਏ, ਤਾਂ ਸਾਨੂੰ ਆਖਿਆ ਜਾਂਦਾ। ਮਾੜੀ ਮੋਟੀ ਸੋਝੀ ਆ ਜਾਂਦੀ ਹੈ, ਉਹੀ ਕਹਿ ਦਿੰਦਾ ਜੀ ਮੇਰੇ ਅੱਗਾ ਕੋਈ ਗਿਆਨਵਾਨ ਹੀ ਨਹੀਂ, ਜੋ ਮੈਂ ਕਹਿ ਦਿੱਤਾ ਇਹ ਸੱਤ ਹੈ, ਬਾਕੀ ਕਿਤੇ ਵੀ ਲਿਖਿਆ ਦਿਖਾਓ। ਇਹ ਗੱਲ ਆਮ ਹੋ ਗਈ ਹੈ। ਪਰ ਨਹੀਂ ਭਾਈ, ਸਤਿਗੁਰ ਸੱਚੇ ਪਾਤਸ਼ਾਹ ਬਾਰ ਬਾਰ ਆਪਾਂ ਨੂੰ ਸਮਝਾ ਰਹੇ ਨੇ, ਬਾਰ ਬਾਰ ਕਿ ਤੂੰ ਇਹ ਬਚਨਾਂ ਨੂੰ ਪੜ੍ਹ ਲਵੇਂਗਾ, ਮੰਨ ਲਈ, ਅਮਲ ਕਰ ਲਈ ਇਹਨਾਂ ਤੇ। ਬੜੀ ਮਹਿੰਗੀ ਬਾਣੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਦੀ। ਅਛੇਦੰ ਅਭੇਦੰ ਅਕਰਮੰ ਅਕਾਲੰ ਅਖੰਡੰ ਅਭੰਡੰ ਪ੍ਰਚੰਡੰ ਅਪਾਲੰ, न तातं न मातं न जातं न कायं न नेहं न गेहं न भरमं न पहियं। ਉਹ ਕਾਲ ਪੁਰਖ ਕੱਟਿਆ ਨਹੀਂ ਜਾਂਦਾ, ਪਾੜਿਆ ਨਹੀਂ ਜਾਂਦਾ। ਉਹ ਕਰਮ ਰਹਿਤ ਹੈ ਤੇ ਕਾਲ ਰਹਿਤ ਹੈ। ਉਸ ਨੂੰ ਕੋਈ ਟੁਕੜੇ ਟੁਕੜੇ ਨਹੀਂ ਕਰ ਸਕਦਾ, ਉਸ ਨੂੰ ਕੋਈ ਭੰਡ ਨਹੀਂ ਸਕਦਾ। ਉਹ ਬੜੇ ਤੇਜ ਵਾਲਾ ਤੇ ਪਾਲਣਾ ਤੋਂ ਰਹਿਤ ਹੈ। ਉਸ ਪ੍ਰਭੂ ਦਾ ਨਾ ਕੋਈ ਪਿਤਾ ਹੈ ਤੇ ਨਾ ਹੀ ਕੋਈ ਮਾਤਾ ਹੈ, ਨਾ ਉਸ ਦੀ ਕੋਈ ਜਾਤ ਹੈ ਤੇ ਨਾ ਹੀ ਉਸ ਦੀ ਕੋਈ ਦੇਹ ਹੈ। ਨਾ ਉਸ ਤੇ ਨਾ ਕੋਈ ਮਾਤਾ ਹੈ, ਨਾ ਉਸ ਦੀ ਕੋਈ ਜਾਤ ਹੈ, ਨਾ ਉਸ ਦੀ ਕੋਈ ਦੇਹ ਹੈ, ਨਾ ਉਸ ਦਾ ਕਿਸੇ ਨਾਲ ਪ੍ਰੇਮ ਹੈ, ਨਾ ਉਸ ਦਾ ਕੋਈ ਘਰ ਹੈ, ਨਾ ਉਸ ਨੂੰ ਕੋਈ ਭਰਮ ਹੈ ਤੇ ਨਾ ਉਹ ਕਿਸੇ ਨੂੰ ਪਾਉਂਦਾ ਹੈ। ਨਾ ਰੂਪੰ ਨਾ ਭੂਪੰ ਨਾ ਕਾਯੰ ਨਾ ਕਰਮੰ ਨਾ ਤਰਾਸੰ ਨਾ ਪ੍ਰਾਸੰ
न भेदं न भरमं सदैवं सदा सिद्ध वृतं स्वरूपे नमो एक रूपे नमो एक रूपे। उस अकाल पुरख का ना कोई रूप है, ना वो राजा है, ना वो शरीरधारी है, ना कर्म है। उसनों किसी का डर नहीं, वो झगड़ा बखेड़ा भी नहीं करता, ना उस विच कोई भेद है ते ना उस विच कोई भरम है। वो सदा कायम रहने वाली हस्ती है, सदा सिद्ध ते वृद्ध स्वरूप है। उस इको रूप वाले परमात्मा नूं मेरी नमस्कार है। उस एक स्वरूप वाले परमेश्वर नूं मेरी नमस्कार है। धन साहब श्री गुरु ग्रंथ साहब महाराज की बाणी अंदरों आवाज आउंदी है, अवल अल्लाह नूर पाया कुदरत के सब बंदे। महाराज कहंदे सारे कुदरत के बंदे आ। निरउक्तम प्रवा आद अनुक्तम वर्तापे अजुक्तम असे आद अव्यक्ते अथापे बेपुक्तम असे आद असे असरूपे नमो एक रूपे नमो एक रूपे। ओ परमात्मा अचर्ज प्रभा वाला है, सब दा मुढ़ है, ना वर्णन किए जाने वाले प्रताप वाला है, मेल मिलाप तो रहत है, नाश होने वाला नहीं, आदि काल तो ही शरीर ना नाश होने वाले स्वरूप वाला है। उस एक रूप वाले अकाल पुरख नूं मेरी नमस्कार है। उस इको स्वरूप वाले प्रभु नूं मैं नमस्कार करदा हां। ना नेहं ना गेहं ना शोकं ना साकं परयं पवित्रं पनीतं अताकं ना जातं ना पातं ना मित्रं ना मित्रं ना मित्रं ना मंत्रे नमो एक तंत्रे नमो एक तंत्रे। ना वो घर वाली गृहस्थी है, ना उसनों कोई शोक है। वो सब तो परे रहने वाला पवित्र तो पवित्र ते स्वतंत्र है। ना कोई बरादरी है, ना कोई मित्र ते ना उसनों कोई सलाह देने वाला वजीर है। उन्होंने सलाह देने वाला भी कोई नहीं। उस एक आनंद स्वरूप वाहेगुरु नूं मेरी नमस्कार है। वाहेगुरु शब्द चौ जुगां दा समेल एक एक अखर लैके सतगुर सच्चे पातशाह ने वाहेगुरु की रचना की है। वो वाहेगुरु अकाल पुरख है। उस एक कारण रूप प्रभु नूं मैं नमस्कार करदा हां। ना धर्मं ना भरमं ना सर्वं ना साके ना वर्मं ना चरमं ना क्रमं ना था भाके ना सत्रं ना मित्रं ना पुत्रं स्वरूपे नमो आद रूपे नमो आद रूपे। ओ काल पुरख किसी खास धर्म के बंधन विच नहीं, ना उसनूं कोई भरम है, ना उसनूं किसी की कोई शर्म है। हुण उहदा धर्म भी कोई नहीं। धन गुरु तेग बहादुर महाराज आनंदपुर साहिब की धरती ते विराजमान हैं। कश्मीर तो चल के पंडित फरियाद लैके गल च पल्ले पा के श्री गुरु तेग बहादुर महाराज साहब के दरबार पहुंचे। महाराज साडा धर्म खतरे विच है। कोई बली पुरुष अपना शरीर भेटा कर दे, साडा धर्म बच सकता है। धन गुरु तेग बहादुर महाराज के कोल ही साहिबजादे मरदा गंबड़े बरियाम अकेले गुरु कलगीधर महाराज बैठे हैं। गुरु कलगीधर महाराज कहन लगे, महाराज पिता जी आप जी तो बड़ा बली पुरुष दुनिया के विच नजर नहीं आता। फिर धन गुरु तेग बहादुर महाराज ने उस धर्म की रखिया की जिस धर्म ते औरंगजेब कह ढा रहा सी। महाराज ने आख्या जी भाई जे तुहाडे धर्म ते कह ढाया जांदा तां असीं तुहाडे धर्म की रखिया करदे। ਉਹ वचन ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ 10ਵੀਂ ਦੀ ਬਾਣੀ ਅੰਦਰ ਅੰਕਿਤ ਕੀਤੇ ਹਨ। ਜ਼ਿਆਦਾਤਰ ਆਪਾਂ ਨੂੰ ਪਤਾ ਹੀ ਨਹੀਂ
क्योंकि श्री रहरास साहब जी की बाणी ਜਿਹੜੀ श्री तख्त सचखंड श्री हजूर साहब विखे पढ़ी जाती है ਉਹ ਰਹਿਰਾਸ ਸਾਹਿਬ ਦੇ ਵਿੱਚ ਉਹ ਦੋਹਰੇ ਆਉਂਦੇ ਹਨ। तेग बहादुर के चलत भयो जगत को शोक है सब जग भयो जय 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 सरलोक। तेग बहादुर सी क्रिया करी न किन्हू आन। महाराज बचन करते ने भी जिहड़ी कुर्बानी गुरु तेग बहादुर महाराज ने की है वो नहीं कोई कर सकता। बहुत वड्डी कुर्बानी की है। कहूं कंज के मंज के भरम पूले कहूं रंक के राज के धर्म अलूले कहूं देश के भेष के धर्म धामे कहूं राज के साज के बाज तामे। ओ प्रभु किते कौल फुल विच सुगंधी हो के रम रहा है किते भौरा बन के वो सुगंधी का रस ले रहा किते वो कंगाल के सुभाव विच स्थिर है ते किते राज के धर्म राजनीति विच टिक रहा है किते देश के धर्म का धाम है किते भेष के फर्ज का घर है किते वो राज का साज बन रहा है ते किते बाज है ते किते बाज का खाना बन रहा है। कहूं अक्सर के पत्सर के सिद्ध साधे कहूं सिद्ध के बुद्ध के वृद्ध लादे कहूं अंग के रंग के संग देखे कहूं जंग के रंग पेखे। हे प्रभु किते आप इत्थे ते किते आप उत्थे दियां सिद्धियां वाले हो भाव लोक परलोक दियां सिद्धियां दे मालक हो किते साधना रूप हो किते आप सिद्धि रूप हो किते बुद्धि रूप हो किते बुद्धि रूप प्राप्त करने वाले बुद्धिमान हो किते आप अंग इस्त्री दे प्रेम विच रंगे होए उस नाल संग कर रहे दस रहे हो किते आप जंग दे रंग विच हो ते किते आप जंग दे रंग नूं बड़ी मौज नाल बैठे वेख रहे हो। कहूं धर्म के कर्म के हरम जाने कहूं धर्म के कर्म भरम माने कहूं चार चेष्टा कहूं चित्र रूपम कहूं परम प्रज्ञा कहूं सर्व भूपम। हे परमात्मा किते आप धर्म के कर्म का आसरा जाने जाते हो किते आप धर्म के कर्मां विच भरम रूप करके मन्ने जाते हो किते आप सुंदर चेष्टा विच प्रवृत्ता हो ते किते चित्ता रूप हो किते आप उच्ची बुद्धि वाले हो ते किते सब दे राजे हो। कहूं नेह ग्रहं देहं दोखं कहूं औखदी रोग के शोक शोकं कहूं दे विद्या कहूं दे तबानी कहूं जस गंधर्व किन्नर कहानी। हे प्रभु किते आप प्रेम नूं ग्रहण करन वाले हो भाव प्रेम रूप हो किते शरीर विच रोग रूप हो किते दवाई बन के रोगां दे शोक दूर कर रहे हो किते आप देवतियां दी विद्या हो ते किते दैतां दी बाणी बोली हो किते तुसीं जसां गंधर्वां ते किन्नरां दी कथा हो। कहूं राजसी सातकी तामसी हो कहूं जोग विद्या धरे तापसी हो कहूं रोग हरता कहूं जोग जुगतम कहूं भूम की भुगत मैं परम भुगतन। हे अकाल पुरख किते आप रजो गुण वाले हो किते सतो गुण वाले हो किते तमो गुण वाले हो किते तुसी जोग विद्या दे धारण वाले हो ते किते आप तपस्या करन वाले तपी हो किते आप रोगां दे नाश करन वाले हो ते किते आप जोग दी जुगती वाले हो अथवा जोग नाल जुड़े होए किते आप धरती के पदार्थों के भुगतां भोगण वाले हो अते किते भोगां दे भरम विच भुले हुए हो। सो धन श्री गुरु कलगीधर महाराज जी ने कृपा की श्री गुरु
ਦਸਮ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਬਾਣੀ ਬੜੀ ਅਗਾਧ ਬੋਧ ਹੈ, ਇਸ ਦਾ ਕੋਈ ਅੰਤ ਨਹੀਂ ਪਾ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਤਿਸਸੇ ਪਛਤਾਏ। ਕਾਗਦ ਕਰਮ ਨ ਲਿਖਣ ਹਾਰ, ਮੰਨੇ ਕਵੇ ਕਰਨ ਵਿਚਾਰ। ਪੂਰੇ ਗੁਰੂ ਦੀ ਗੱਲ ਕਰਨ ਦੇ ਲਈ ਨਾ ਕੋਈ ਕਾਗਜ਼, ਨਾ ਕੋਈ ਕਲਮ ਤੇ ਨਾ ਕੋਈ ਦਵਾਈ ਸੁਹਾਈ ਬਣੀ ਹੈ, ਨਾ ਹੀ ਕੋਈ ਜ਼ੁਬਾਨ ਬਣੀ ਹੈ ਜਿਸ ਜ਼ੁਬਾਨ ਦੇ ਨਾਲ ਉਸ ਪ੍ਰਮਾਤਮਾ ਦੀ ਮਹਿਮਾ ਨੂੰ ਆਪਾਂ ਗਾ ਸਕੀਏ। ਇਹ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ, ਪੋਹ ਦਾ ਮਹੀਨਾ ਸ਼ੁਰੂ ਹੋ ਜਾਣਾ, ਸ਼ਹੀਦੀ ਦਿਹਾੜੇ ਆਉਣੇ ਹਨ। ਵੱਧ ਚੜ ਕੇ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦਾ, ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਦਾ ਇਤਿਹਾਸ, ਸਰਹੰਦ ਦੀਆਂ ਦੀਵਾਰਾਂ ਦਾ ਇਤਿਹਾਸ, ਗੁਰੂ ਕੇ ਪਿਆਰਿਆਂ ਦਾ ਇਤਿਹਾਸ ਆਪਣੇ ਬੱਚਿਆਂ ਨਾਲ ਸਾਂਝਾ ਕਰੀਏ। ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਦੱਸੀਏ। ਸਾਹਿਬਜ਼ਾਦਿਆਂ ਦੇ ਨਾਮ ਸਾਡੇ ਬੱਚਿਆਂ ਨੂੰ ਪਤਾ ਹੋਣ ਤਾਂ ਸਾਡਾ ਇਸ ਧਰਤੀ ਤੇ ਆਇਆ ਜੀਵਨ ਸਫਲਿਆ ਹੋ ਜਾਵੇ। ਹਰ ਚੀਜ਼ ਦੀ ਗਰੰਟੀ ਹੈ, ਪਰ ਇਹ ਦੇਹੀ ਦੀ ਕੋਈ ਵੀ ਗਰੰਟੀ ਨਹੀਂ, ਅਗਲਾ ਸਵਾਸ ਆਉਣਾ ਜਾਂ ਨਹੀਂ ਆਉਣਾ। ਇਸ ਕਰਕੇ ਭਾਈ ਇੱਕ ਮਹੀਨਾ, ਕਿਉਂਕਿ ਆਪਾਂ ਦੇਖਦੇ ਹਾਂ ਟਿਕਟੋਕ ਤੇ ਨਾਚ ਗਾਣੇ ਬਹੁਤ ਚੱਲਦੇ ਆ। ਦੁਨੀਆ ਅੱਜ ਕੱਲ੍ਹ ਨਚਾਰ ਬਣ ਚੁੱਕੀ ਹੈ। ਦੁਨੀਆ ਨੱਚਦੀ ਫਿਰਦੀ ਹੈ ਪੈਸਿਆਂ ਦੀ ਖਾਤਰ। ਟਿਕਟੋਕ ਤੇ, YouTube ਤੇ ਆਪਾਂ ਦੇਖਦੇ ਹਾਂ, ਪਰ ਨਹੀਂ ਭਾਈ, ਇਹਦੇ ਨਾਲ ਪ੍ਰਮਾਤਮਾ ਪ੍ਰਸੰਨ ਨਹੀਂ ਹੋਣਾ। ਸਮਾਂ ਆਪਾਂ ਇਹਨਾਂ ਵੀਡੀਓ ਦੇਖ ਕੇ ਵੱਲ ਆਪਣਾ ਟਾਈਮ ਖਰਾਬ ਨਾ ਕਰੀਏ। ਆਪਣੇ ਟਾਈਮ ਨੂੰ ਵਾਹਿਗੁਰੂ ਗੁਰਮੰਤਰ ਦੇ ਨਾਲ ਜੋੜਨਾ ਕਰੀਏ, ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜੋੜਨਾ ਕਰੀਏ। ਫਿਰ ਆਪਣਾ ਆਇਆ ਜਨਮ ਸਫਲਿਆ ਹੋ ਜਾਵੇ। ਖੰਡੇ ਵਾਟੇ ਦੀ ਪੋਹਲ ਦਾ ਅੰਮ੍ਰਿਤ ਛਕ ਕੇ ਆਪਣੇ ਬੱਚਿਆਂ ਦੇ ਸਿਰਾਂ ਤੇ ਕੇਸ ਰੱਖੀਏ। ਘਰ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸਰੂਪ ਲੱਗਿਆ ਹੋਵੇ ਤੇ ਬੱਚਾ ਆਪਣੀ ਮਾਤਾ ਨੂੰ ਪੁੱਛੇ, ਮਾਤਾ ਜੀ ਇਹ ਕੌਣ ਨੇ? ਤਾਂ ਮਾਤਾ ਦੱਸੇ, ਪੁੱਤਰ ਜੀ ਇਹ ਹਨ ਭਾਈ ਤਾਰੂ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਪਣਾ ਖੋਪੜ ਤਾਂ ਲਹਾ ਦਿੱਤਾ ਪਰ ਸਿਰ ਦੇ ਕੇਸ ਕਤਲ ਨਹੀਂ ਹੋਣ ਦਿੱਤੇ। ਐਡੀ ਵੱਡੀ ਕੁਰਬਾਨੀ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਦੀ। ਕੈਸੀ ਕਿਰਪਾ ਦੇ ਪਾਤਰ ਧੰਨ ਗੁਰੂ ਕਲਗੀਧਰ ਮਹਾਰਾਜ ਦੀ ਕਿਰਪਾ ਦੇ ਪਾਤਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬਣੇ। ਸੋ ਇਹ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ। 2 ਮਿੰਟ ਆਪਾਂ ਵਾਹਿਗੁਰੂ ਗੁਰਮੰਤਰ ਸ਼ਬਦ ਦੇ ਨਾਲ ਜੁੜਨਾ ਕਰੀਏ। ਸਮੂਹ ਸ਼ਹੀਦ ਸਿੰਘਾਂ ਦੇ ਚਰਨਾਂ ਤੇ ਕੋਟਣ ਵਾਰੀ ਪ੍ਰਣਾਮ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ, ਸੱਚ ਧਰਮ ਦੀ ਯਾਹਰਾ ਮੂਰਤ ਗੁਰੂ ਗੋਬਿੰਦ ਖਵਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੋਦਾ ਧਰਮ ਬਚਾਇਆ, ਚਾਰੇ ਪੁੱਤਰ ਬਾਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ। ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ, ਤਾਈਓ ਕਲਗੀਆਂ ਵਾਲੇ ਪਾਤਸ਼ਾਹ ਤੈਨੂੰ ਸਭ ਨੇ ਸੀਸ ਝੁਕਾਇਆ। ਤਾਈਓ ਕਲਗੀਆਂ ਵਾਲੇ ਪਾਤਸ਼ਾਹ ਤੈਨੂੰ ਸਭ ਨੇ ਸੀਸ ਝੁਕਾਇਆ। ਸੋ ਆਪ ਜੀ ਦੇ ਹਜ਼ੂਰ ਪਹਿਲਾ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਕੀਤੇ ਗਏ ਅਰਦਾਸ ਉਪਰੰਤ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਹੋਈ ਹੈ। ਮਹਾਰਾਜ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ